ਕਬੀਰ ਸੰਤ ਨਾ ਛਾੜੈ ਸੰਤਈ, ਜੋ ਕੋਟਕ ਮਿਲਹਿ ਅਸੰਤ। ਮਲਿਆਗਰ ਭੁਜੰਗਮ ਵੇਢਿਓ, ਤਾਂ ਸੀਤਲਤਾ ਨ ਤਜੰਤ। ਜਿਹੜਾ ਰੱਬ ਦਾ ਪਿਆਰਾ ਸਾਧੂ ਹੈ, ਜਿਹੜਾ ਰੱਬ ਦਾ ਪਿਆਰਾ ਸੰਤ ਹੈ, ਉਹ ਕਦੇ ਵੀ ਸੰਤ ਪੁਣੇ ਨੂੰ ਛੱਡਦਾ ਨਹੀਂ, ਪਰ ਉਪਕਾਰੀ ਸੁਭਾਅ ਨੂੰ ਤਿਆਗਦਾ ਨਹੀਂ। ਪਰਮੇਸ਼ਵਰ ਦੀ ਬੰਦਗੀ ਕਰਨੋਂ ਕਦੇ ਪਿੱਛੇ ਨਹੀਂ ਹਟਦਾ, ਤੇ ਪਰ ਉਪਕਾਰ ਦਾ ਸੁਭਾਅ ਹਮੇਸ਼ਾ ਹੀ ਬਣਿਆ ਰਹਿੰਦਾ ਹੈ। ਭਾਵੇਂ ਉਹਨੂੰ ਅਨੇਕਾਂ ਹੀ ਮਨਮੁਖ ਸਾਕਤ ਰੱਬ ਨਾਲੋਂ ਟੁੱਟੇ ਹੋਏ ਬੰਦਿਆਂ ਦਾ ਸਾਹਮਣਾ ਕਰਨਾ ਪਏ, ਪਰ ਉਹ ਆਪਣੀ ਬਿਰਤੀ, ਆਪਣੇ ਸਹਿਜ ਸੁਭਾਅ ਨੂੰ ਕਦੇ ਨਹੀਂ ਛੱਡਦਾ। ਜਿਵੇਂ ਚੰਦਨ ਦਾ ਬੂਟਾ, ਉਹਦਾ ਕੰਮ ਹੈ ਖੁਸ਼ਬੂ ਵੰਡਣਾ, ਉਹਦਾ ਕੰਮ ਹੈ ਠੰਡਕ ਦੇਣੀ। ਭਾਵੇਂ ਜ਼ਹਿਰੀਲੇ ਸੱਪ ਉਹਦੇ ਨਾਲ ਹਮੇਸ਼ਾ ਹੀ ਲਿਪਟੇ ਰਹਿੰਦੇ ਨੇ। ਸੱਪ ਜ਼ਹਿਰੀਲੇ ਨੇ, ਡੰਗ ਮਾਰਦੇ ਨੇ, ਬੰਦੇ ਦੀ ਮੌਤ ਹੋ ਜਾਂਦੀ। ਸੱਪ ਜ਼ਹਿਰ ਵੰਡਦੇ ਨੇ, ਪਰ ਜਿਹੜਾ ਚੰਦਨ ਦਾ ਬੂਟਾ ਹੈ ਉਹ ਖੁਸ਼ਬੂ ਤੇ ਠੰਡ ਵਰਤਾਉਂਦਾ ਹੈ। ਜਿਹੜਾ ਰੱਬ ਦਾ ਪਿਆਰਾ ਸੰਤ ਹੈ, ਉਹ ਵੀ ਉਸੇ ਤਰ੍ਹਾਂ ਪਰ ਉਪਕਾਰ ਦੀ ਬਿਰਤੀ ਨੂੰ ਕਦੇ ਤਿਆਗਦਾ ਨਹੀਂ। ਜਿਸ ਵੇਲੇ ਫਰਖਸ਼ੀਅਰ ਤੇ ਉਸ ਵੇਲੇ ਉਹਦੇ ਜਿਹੜੇ ਅਹਿਲਕਾਰ ਨੇ, ਜਾਨਸ਼ੀਨ ਨੇ, ਉਹ ਬਾਬਾ ਸਾਹਿਬ ਸਿੰਘ ਜੀ ਬੇਦੀ, ਜਿਹੜੇ ਸਿੱਖ ਧਰਮ ਦੇ ਬੜੇ ਵੱਡੇ ਧਾਰਮਿਕ ਆਗੂ ਹੋਏ ਨੇ, ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਰਾਜ ਗੱਦੀ ਦਾ ਤਿਲਕ ਦਿੱਤਾ, ਉਹ ਬਾਬਾ ਸਾਹਿਬ ਸਿੰਘ ਜੀ ਬੇਦੀ, ਫਰਖਸ਼ੀਅਰ ਤੇ ਉਹਦੇ ਜਾਨਸ਼ੀਨ, ਉਹਨਾਂ ਦੀਆਂ ਅੱਖਾਂ ਵਿੱਚ ਬੜੇ ਰੜਕਦੇ ਨੇ। ਉਹਨਾਂ ਨੂੰ ਪਤਾ ਲੱਗਾ ਵੀ ਬਾਬਾ ਸਾਹਿਬ ਸਿੰਘ ਜੀ ਬੇਦੀ ਕਾਨੂੰਵਾਲ ਦੇ ਜੰਗਲਾਂ ਵਿੱਚ ਇੱਕ ਕੁਟੀਆ ਬਣਾ ਕੇ ਰਹਿੰਦੇ ਨੇ। ਉਸ ਵੇਲੇ ਜਿਹੜਾ ਮੁਸਲਮਾਨ ਫੌਜਦਾਰ ਹੈ ਦੀਨ ਮੁਹੰਮਦ, ਉਹਨੂੰ ਪਤਾ ਲੱਗਿਆ, ਕਿਉਂਕਿ ਹਕੂਮਤ ਨੇ ਬਾਬਾ ਸਾਹਿਬ ਸਿੰਘ ਜੀ ਬੇਦੀ ਦੇ ਸਿਰ ਦਾ ਇਨਾਮ ਵੀ ਰੱਖਿਆ ਹੋਇਆ। ਇਹ ਦੀਨ ਮੁਹੰਮਦ ਫੌਜਦਾਰ ਘੋੜੇ ਤੇ ਅਸਵਾਰ ਹੋਇਆ, ਕਹਿੰਦਾ ਕਾਨੂੰਵਾਲ ਦੇ ਜੰਗਲਾਂ ਵਿੱਚ ਬਾਬਾ ਜੀ ਕੁਟੀਆ ਬਣਾ ਕੇ ਰਹਿੰਦੇ ਨੇ, ਜਾਂ ਤਾਂ ਮੈਂ ਉਹਨਾਂ ਨੂੰ ਜਿਉਂਦਿਆਂ ਗ੍ਰਿਫਤਾਰ ਕਰਕੇ ਲਿਆਵਾਂਗਾ ਤੇ ਜਾਂ ਉਹਨਾਂ ਦਾ ਸਿਰ ਕਲਮ ਕਰਕੇ ਲੈ ਕੇ ਆਵਾਂਗਾ। ਕਹਿੰਦੇ ਨੇ ਇਹ ਦੀਨ ਮੁਹੰਮਦ ਫੌਜਦਾਰ ਲੱਭਦਾ ਲੱਭਦਾ ਕਾਨੂੰਵਾਲ ਦੇ ਜੰਗਲਾਂ ਵਿੱਚੋਂ ਲੱਭਦਾ ਇਹਨੂੰ ਪਤਾ ਲੱਗਿਆ ਵੀ ਬਾਬਾ ਸਾਹਿਬ ਸਿੰਘ ਜੀ ਬੇਦੀ ਇਸ ਵੇਲੇ ਨਦੀ ਦੇ ਕਿਨਾਰੇ ਤੇ ਗਏ ਨੇ। ਪਾਣੀ ਦੀ ਨਹਿਰ ਕਹਿ ਲੋ, ਝੀਲ ਜਾਂ ਨਦੀ ਕਹਿ ਲੋ। ਇਹ ਪਿੱਛਾ ਕਰਦਾ ਹੋਇਆ ਦੀਨ ਮੁਹੰਮਦ ਉੱਥੇ ਚਲਾ ਗਿਆ। ਬਾਬਾ ਸਾਹਿਬ ਸਿੰਘ ਜੀ ਬੇਦੀ ਨਦੀ ਦੇ ਕਿਨਾਰੇ ਤੇ ਬੈਠੇ ਨੇ ਤੇ ਪਾਣੀ ਵਿੱਚੋਂ ਬੁੱਕ ਭਰਦੇ ਨੇ, ਪਰ ਜਦੋਂ ਪਾਣੀ ਵਿੱਚੋਂ ਬੁੱਕ ਭਰ ਕੇ ਉੱਪਰ ਨੂੰ ਉਠਾਉਂਦੇ ਨੇ, ਬੁੱਕ ਖੁੱਲ ਜਾਂਦਾ ਹੈ, ਪਾਣੀ ਡੁੱਲ ਜਾਂਦਾ ਹੈ। ਇਸ ਤਰ੍ਹਾਂ ਕਰਦਿਆਂ ਦੀਨ ਮੁਹੰਮਦ ਨੇ, ਇਹਨੇ ਮਿਆਨ ਵਿੱਚੋਂ ਤਲਵਾਰ ਕੱਢੀ ਹੋਈ, ਇਹ ਪੂਰਾ ਤਿਆਰੀ ਵਿੱਚ ਹੈ ਕਿ ਬਾਬਾ ਸਾਹਿਬ ਸਿੰਘ ਜੀ ਦਾ ਇੱਥੇ ਮੈਂ ਸੀਸ ਕਲਮ ਕਰ ਦੇਣਾ ਜਾਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਜਾਣਾ। ਪਰ ਜਦੋਂ ਉਹ ਇਹ ਮਾਜਰਾ ਵੇਖ ਰਿਹਾ, ਬਾਬਾ ਸਾਹਿਬ ਸਿੰਘ ਜੀ ਬੇਦੀ ਪਾਣੀ ਦਾ ਬੁੱਕ ਭਰਦੇ ਨੇ, ਉੱਪਰ ਨੂੰ ਕਰਦੇ ਨੇ ਤੇ ਬੁੱਕ ਖੁੱਲ ਜਾਂਦਾ ਹੈ, ਪਾਣੀ ਡੁੱਲ ਜਾਂਦਾ ਹੈ। ਜਦੋਂ 2-3 ਵਾਰ ਇਸ ਤਰ੍ਹਾਂ ਕਰਦਿਆਂ ਦੇਖਿਆ ਦੀਨ ਮੁਹੰਮਦ ਨੇ, ਇਹ ਥੋੜਾ ਜਿਹਾ ਅਗਾਂਹ ਹੋਇਆ, ਕੋਲ ਜਾ ਕੇ ਪਿੱਛੇ ਚੁੱਪਚਾਪ ਵੇਖਦਾ ਰਿਹਾ। ਬਾਬਾ ਸਾਹਿਬ ਸਿੰਘ ਜੀ ਬੇਦੀ, ਉਹਨਾਂ ਨੇ ਫਿਰ ਪਾਣੀ ਦਾ ਬੁੱਕ ਭਰਿਆ। ਸੰਗਤ ਜੀ ਵੇਖੋ ਪਰ ਉਪਕਾਰ ਦੀ ਬਿਰਤੀ। ਪਾਣੀ ਦਾ ਬੁੱਕ ਭਰਿਆ ਤੇ ਬੁੱਕ ਦੇ ਵਿੱਚ ਬਿੱਛੂ ਹੈ। ਬਿੱਛੂ ਡੰਗ ਮਾਰਦਾ, ਬੁੱਕ ਖੁੱਲ ਜਾਂਦਾ ਹੈ, ਪਾਣੀ ਡੁੱਲ ਜਾਂਦਾ ਹੈ ਤੇ ਬਿੱਛੂ ਫਿਰ ਪਾਣੀ ਵਿੱਚ ਡਿੱਗ ਜਾਂਦਾ ਹੈ। ਬਾਬਾ ਜੀ ਇਸੇ ਤਰ੍ਹਾਂ ਵਾਰ-ਵਾਰ ਪਾਣੀ ਦਾ ਬੁੱਕ ਭਰ ਕੇ ਬਿੱਛੂ ਨੂੰ ਬਚਾਉਣਾ ਚਾਹੁੰਦੇ ਨੇ, ਪਰ ਬਿੱਛੂ ਡੰਗ ਮਾਰਦਾ, ਉਸੇ ਤਰ੍ਹਾਂ ਬੁੱਕ ਖੁੱਲ ਜਾਂਦਾ ਹੈ, ਬਿੱਛੂ ਡਿੱਗ ਜਾਂਦਾ ਹੈ। ਜਦੋਂ ਇਸ ਤਰ੍ਹਾਂ ਕਰਦਿਆਂ ਇਹ ਫੌਜਦਾਰ ਦੀਨ ਮੁਹੰਮਦ ਨੇ ਵੇਖਿਆ ਤੇ ਪਿੱਛੋਂ ਆਵਾਜ਼ ਦਿੱਤੀ, ਬਾਬਾ ਜੀ ਇਹ ਬਿੱਛੂ ਜ਼ਹਿਰੀਲਾ ਹੁੰਦਾ ਹੈ, ਇਹ ਵਾਰ-ਵਾਰ ਡੰਗ ਮਾਰਦਾ ਹੈ, ਤੁਸੀਂ ਇਹਨੂੰ ਵਾਰ-ਵਾਰ ਬਚਾਉਣਾ ਚਾਹੁੰਦੇ ਹੋ, ਇਹ ਡੰਗ ਮਾਰਦੇ, ਇਹਨੂੰ ਡੁੱਬਣ ਦਿਓ, ਇਹਨੂੰ ਛੱਡ ਦਿਓ। ਬਾਬਾ ਸਾਹਿਬ ਸਿੰਘ ਜੀ ਬੇਦੀ ਜਦੋਂ ਗੁਰਮੁਖੋਂ ਪਿੱਛੇ ਭੌਂ ਕੇ ਵੇਖਿਆ, ਦੀਨ ਮੁਹੰਮਦ ਫੌਜਦਾਰ, ਉਹਦੇ ਹੱਥ ਵਿੱਚ ਤਲਵਾਰ ਨੰਗੀ ਫੜੀ ਹੋਈ ਏ ਤੇ ਬਾਬਾ ਸਾਹਿਬ ਸਿੰਘ ਜੀ ਬੇਦੀ ਕਹਿਣ ਲੱਗੇ, ਐ ਦੀਨ ਮੁਹੰਮਦ, ਇਸ ਬਿੱਛੂ ਦਾ ਕੰਮ ਹੈ ਡੰਗ ਮਾਰਨਾ। ਜਦੋਂ ਇਹ ਆਪਣੀ ਆਦਤ ਨਹੀਂ ਛੱਡਦਾ ਡੰਗ ਮਾਰਨ ਦੀ,
ਫਿਰ ਅਸੀਂ ਪਰ ਉਪਕਾਰ ਕਰਨ ਦੀ ਬਿਰਤੀ ਕਿਵੇਂ ਛੱਡ ਦਈਏ। ਇਹ ਡੰਗ ਮਾਰ ਕੇ ਮਾਰਨਾ ਚਾਹੁੰਦਾ ਹੈ, ਅਸੀਂ ਇਹਨੂੰ ਪਾਣੀ ਵਿੱਚੋਂ ਕੱਢ ਕੇ ਬਿੱਛੂ ਨੂੰ ਬਚਾਉਣਾ ਚਾਹੁੰਦੇ ਹਾਂ। ਜੇ ਇਹ ਆਪਣਾ ਸੁਭਾਅ ਨਹੀਂ ਛੱਡਦਾ ਤੇ ਅਸੀਂ ਆਪਣਾ ਸੁਭਾਅ ਕਿਵੇਂ ਛੱਡ ਦਈਏ। ਕਹਿਣ ਲੱਗੇ, ਜਦੋਂ ਇੰਨੇ ਬਚਨ ਬਾਬਾ ਸਾਹਿਬ ਸਿੰਘ ਜੀ ਬੇਦੀ ਨੇ ਆਖੇ, ਇਹਦੀ ਦੀਨ ਮੁਹੰਮਦ ਦੀ ਤਲਵਾਰ ਵਾਪਸ ਮਿਆਨ ਵਿੱਚ ਚਲੀ ਗਈ। ਇਹਨੇ ਤਲਵਾਰ ਨੂੰ ਮਿਆਨ ਵਿੱਚ ਪਾਇਆ। ਕਹਿਣ ਲੱਗਾ, ਬਾਬਾ ਜੀ ਆਇਆ ਤਾਂ ਤੁਹਾਨੂੰ ਮਾਰਨ ਵਾਸਤੇ ਸੀ, ਗ੍ਰਿਫਤਾਰ ਕਰਨ ਵਾਸਤੇ ਸੀ, ਪਰ ਤੁਹਾਨੂੰ ਮਾਰਨਾ ਨਹੀਂ ਤੇ ਤੁਹਾਨੂੰ ਛੱਡ ਵੀ ਨਹੀਂ ਸਕਦਾ। ਚੱਲੋ ਮੇਰੇ ਨਾਲ, ਤੁਹਾਨੂੰ ਸਰਕਾਰੇ ਪੇਸ਼ ਕਰਨਾ ਹੈ। ਤੇ ਬਾਬਾ ਜੀ ਮੁਸਕਰਾ ਪਏ। ਕਹਿਣ ਲੱਗੇ, ਇਹ ਕੌਣ ਜਾਣੇ ਕਿੰਨੇ ਕਿਸ ਨੂੰ ਕਿੱਥੇ ਪੇਸ਼ ਕਰਨਾ ਹੈ। ਨਾਲੇ ਤੁਰੇ ਜਾਂਦੇ ਨੇ, ਨਾਲੇ ਗੱਲਾਂ ਕਰਦੇ ਜਾਂਦੇ ਨੇ। ਪਰ ਗੁਰਮੁਖੋ, ਜਿਹੜਾ ਰੱਬ ਦਾ ਪਿਆਰਾ ਸਾਧੂ ਹੈ, ਸੰਤ ਹੈ, ਦਰਸ਼ਨ ਭੇਟਤ ਹੋਤ ਨਿਹਾਲ, ਸਾਧ ਕੇ ਸੰਗ ਨਹੀਂ ਕਛ ਕਾਲ। ਜਦੋਂ ਰੱਬ ਦੇ ਪਿਆਰੇ ਦੇ ਕੋਈ ਦੀਦਾਰ ਹੀ ਕਰ ਲਏ ਨਾ, ਉਹਦੇ ਦਰਸ਼ਨਾਂ ਦੀ ਇੰਨੀ ਪਾਵਰ ਹੈ, ਇੰਨੀ ਸਮਰੱਥਾ ਹੈ, ਦਰਸ਼ਨਾਂ ਵਿੱਚ ਵੀ ਕਿਰਪਾ ਵਰਤਦੀ, ਬੰਦਾ ਨਦਰੋਂ ਨਦਰੀ ਨਿਹਾਲ ਹੋ ਜਾਂਦਾ ਹੈ। ਇਹਨੇ ਬਾਬਾ ਸਾਹਿਬ ਸਿੰਘ ਬੇਦੀ ਜੀ ਨੂੰ ਅੱਗੇ ਲਾਇਆ, ਪਿੱਛੇ ਇਹ ਤੁਰਿਆ ਜਾਂਦਾ ਹੈ ਦੀਨ ਮੁਹੰਮਦ। ਕਹਿੰਦੇ ਨੇ, ਕਾਹਨੂਵਾਲ ਦੇ ਜੰਗਲ ਵਿੱਚੋਂ ਬਾਹਰ ਨਿਕਲਦਿਆਂ ਸ਼ਾਮਾਂ ਪੈ ਗਈਆਂ, ਸੂਰਜ ਡੁੱਬ ਚੁੱਕਾ ਹੈ, ਹਨੇਰਾ ਪਸਰ ਰਿਹਾ। ਕਾਫੀ ਸੰਘਣਾ ਜਦੋਂ ਹਨੇਰਾ ਹੋ ਗਿਆ ਤੇ ਇਹ ਦੀਨ ਮੁਹੰਮਦ ਕਹਿਣ ਲੱਗਾ, ਬਾਬਾ ਜੀ ਇਦਾਂ ਕਰੀਏ ਵੀ ਇੱਥੇ ਜੰਗਲ ਵਿੱਚ ਕੋਈ ਸੋਹਣਾ ਜਿਹਾ ਟਿਕਾਣਾ, ਕੋਈ ਟਿਕਾ ਵਾਲੀ ਜਗ੍ਹਾ ਵੇਖੀਏ, ਕਿਉਂਕਿ ਰਾਤ ਨੂੰ ਇੱਥੇ ਜਿਹੜੇ ਮਾਰੂ ਜਾਨਵਰ ਵੀ ਹੋਣਗੇ ਜੰਗਲ ਵਿੱਚ। ਕੋਈ ਐਸਾ ਥਾਂ ਵੇਖੀਏ ਜਿੱਥੇ ਆਪਾਂ ਰਾਤ ਕੱਟ ਲਈਏ, ਸਵੇਰੇ ਤੜਕੇ ਤੁਹਾਨੂੰ ਸਰਕਾਰੇ ਪੇਸ਼ ਕੀਤਾ ਜਾਏਗਾ। ਤੇ ਬਾਬਾ ਜੀ ਕਹਿਣ ਲੱਗੇ, ਭਲਿਆ ਇੱਥੋਂ ਜੰਗਲ ਤੋਂ ਥੋੜੀ ਦੂਰ ਜੰਗਲ ਵਿੱਚ ਹੀ ਸਾਡੀ ਕੁਟੀਆ ਆ, ਕੋਈ ਬਹੁਤੀ ਦੂਰ ਨਹੀਂ, ਆਪਾਂ ਰਾਤ ਉੱਥੇ ਕੱਟ ਲੈਂਦੇ ਆ, ਨਾਲੇ ਤਾਂ ਕੋਈ ਪ੍ਰਸ਼ਾਦਾ ਪਾਣੀ ਛਕ ਲਾਂਗੇ, ਰਾਤ ਉੱਥੇ ਆਰਾਮ ਕਰਾਂਗੇ, ਸਵੇਰੇ ਤੁਹਾਡੇ ਨਾਲ ਚੱਲਾਂਗੇ। ਇਹ ਦੀਨ ਮੁਹੰਮਦ ਫੌਜਦਾਰ ਕਹਿਣ ਲੱਗਾ ਵੀ ਠੀਕ ਹੈ। ਇਹ ਤੁਰ ਪਿਆ। ਬਾਬਾ ਸਾਹਿਬ ਸਿੰਘ ਜੀ ਬੇਦੀ ਕੁਟੀਆ ਵਿੱਚ ਗਏ ਅੱਗੇ ਅੱਗੇ। ਇਹ ਦੀਨ ਮੁਹੰਮਦ ਵੀ ਚਲਾ ਗਿਆ। ਹਨੇਰਾ ਬਹੁਤ ਪਸਰਿਆ ਹੋਇਆ, ਕੁਟੀਆ ਦੇ ਵਿੱਚ ਦੀਵਾ ਜਗਦਾ ਪਿਆ ਤੇ ਇੱਕ ਨੌਜਵਾਨ ਬੱਚੀ ਉਸ ਕੁਟੀਆ ਦੇ ਵਿੱਚ ਬੈਠੀ ਹੈ। ਉਹਨੇ ਥਾਲ ਦੇ ਵਿੱਚ 4 ਪ੍ਰਸ਼ਾਦੇ ਰੱਖੇ ਹੋਏ ਨੇ ਤੇ ਅੰਬ ਦਾ ਅਚਾਰ ਹੈ। ਕਹਿਣ ਲੱਗੇ, ਜਦੋਂ ਕੁਟੀਆ ਵਿੱਚ ਗਏ ਦੀਨ ਮੁਹੰਮਦ ਤੇ ਬਾਬਾ ਸਾਹਿਬ ਸਿੰਘ ਜੀ ਬੇਦੀ, ਬਾਬਾ ਸਾਹਿਬ ਸਿੰਘ ਜੀ ਬੇਦੀ ਨੇ ਹੱਥ ਮੂੰਹ ਧੋਤਾ। ਇਸ ਦੀਨ ਮੁਹੰਮਦ ਫੌਜਦਾਰ ਦਾ ਵੀ ਹੱਥ ਮੂੰਹ ਧਵਾਏ, ਬੈਠ ਗਏ ਚੌਂਕੜਾ ਮਾਰ ਕੇ। ਤੇ ਗੁਰਮੁਖੋ, ਉਹ ਜਿਹੜੀ ਬੱਚੀ ਹੈ ਉਹ ਕੰਨਾਂ ਤੋਂ ਬੋਲੀ ਹੈ ਤੇ ਜ਼ੁਬਾਨ ਤੋਂ ਗੂੰਗੀ ਹੈ। ਉਹ ਬੱਚੀ ਦਾ ਵੀ ਇਤਿਹਾਸ ਵਿੱਚ ਲਿਖਿਆ ਵੀ ਉਹ ਜਮਾਂਦਰੋਂ ਹੀ, ਜਿਹੜੀ ਬੋਲੀ ਸੀ ਤੇ ਗੂੰਗੀ ਸੀ, ਉਹਦੇ ਮਾਪੇ ਉਹਨੂੰ ਜਨਮ ਤੋਂ ਹੀ ਜੰਗਲ ਵਿੱਚ ਸੁੱਟ ਗਏ ਸਨ ਤੇ ਬਾਬਾ ਸਾਹਿਬ ਸਿੰਘ ਬੇਦੀ ਨੇ ਉਹਨਾਂ ਦੀ ਪਰਵਰਿਸ਼ ਕੀਤੀ, ਉਹਨੂੰ ਆਪਣੀ ਬੱਚੀਆਂ ਦੀ ਤਰ੍ਹਾਂ ਪਾਲਿਆ। ਉਹ ਬੱਚੀ ਨੇ 2 ਪ੍ਰਸ਼ਾਦੇ ਥਾਲ ਵਿੱਚ ਰੱਖੇ, ਅੰਬ ਦਾ ਅਚਾਰ ਰੱਖਿਆ ਤੇ ਬਾਬਾ ਜੀ ਨੇ ਉਹ ਥਾਲ ਦੀਨ ਮੁਹੰਮਦ ਦੇ ਅੱਗੇ ਕੀਤਾ ਵੀ ਪ੍ਰਸ਼ਾਦਾ ਛਕੋ। ਦੀਵਾ ਜਗ ਰਿਹਾ ਹੈ। ਇੱਕ ਪ੍ਰਸ਼ਾਦਾ ਉਸ ਬੱਚੀ ਨੇ ਬਾਬਾ ਜੀ ਨੂੰ ਦੇ ਦਿੱਤਾ ਤੇ ਇੱਕ ਪ੍ਰਸ਼ਾਦਾ ਆਪਣੇ ਲਈ ਰੱਖ ਲਿਆ। 4 ਪ੍ਰਸ਼ਾਦੇ ਬਣਾਏ ਸਨ, 2 ਬਾਬਾ ਜੀ ਲਈ ਤੇ 2 ਉਸ ਬੱਚੀ ਨੇ ਆਪਣੇ ਲਈ, ਪਰ ਹੁਣ 2 ਦੀਨ ਮੁਹੰਮਦ ਨੂੰ ਦੇ ਦਿੱਤੇ, ਇੱਕ ਆਪਣੇ ਲਈ ਰੱਖ ਲਿਆ। ਕਹਿੰਦੇ ਨੇ ਜਦੋਂ ਪ੍ਰਸ਼ਾਦਾ ਛਕਣ ਲੱਗੇ ਤੇ ਬਾਬਾ ਸਾਹਿਬ ਸਿੰਘ ਜੀ ਬੇਦੀ ਹੁਣਾਂ ਨੇ ਦੀਵਾ ਵੱਡਾ ਕਰ ਦਿੱਤਾ, ਦੀਵਾ ਬੁਝਾ ਦਿੱਤਾ। ਇਹ ਦੀਨ ਮੁਹੰਮਦ ਜਦੋਂ ਦੀਵਾ ਬੁਝਾਇਆ ਨਾ, ਬੜਾ ਘਬਰਾਇਆ। ਕਹਿਣ ਲੱਗਾ, ਬਾਬਾ ਜੀ ਦੀਵਾ ਬੰਦ ਕਰ ਦਿੱਤਾ ਹੈ। ਤੇ ਬਾਬਾ ਜੀ ਕਹਿਣ ਲੱਗੇ, ਦੀਵੇ ਦੀ ਲਾਟ ਤੇ ਭੰਪ ਟਾਉਣਗੇ, ਪ੍ਰਸ਼ਾਦਾ ਛਕਦਿਆਂ ਆਪਣੇ ਉੱਪਰ ਡਿੱਗਣਗੇ, ਇਸ ਲਈ ਦੀਵਾ ਬੁਝਾ ਦਿੱਤਾ ਹੈ, ਵੱਡਾ ਕਰ ਦਿੱਤਾ ਹੈ, ਤੁਸੀਂ ਪ੍ਰਸ਼ਾਦਾ ਛਕੋ। ਕਹਿਣ ਲੱਗੇ, ਦੀਨ ਮੁਹੰਮਦ ਇੱਕ ਤਾਂ ਥੱਕਿਆ ਹੋਇਆ ਸੀ, ਸਵੇਰ ਦਾ ਜੰਗਲ ਵਿੱਚ ਭਾਲ ਕਰ ਰਿਹਾ ਸੀ, ਉੱਪਰੋਂ ਭੁੱਖ ਬਹੁਤ ਲੱਗੀ ਸੀ, ਇਹਨੇ ਪ੍ਰਸ਼ਾਦਾ ਛਕਣਾ ਸ਼ੁਰੂ ਕਰ ਦਿੱਤਾ। ਦੀਨ ਮੁਹੰਮਦ ਨਾਲੇ ਪ੍ਰਸ਼ਾਦਾ ਛਕ ਰਿਹਾ ਹੈ ਤੇ ਬਾਬਾ ਸਾਹਿਬ ਸਿੰਘ ਜੀ ਬੇਦੀ ਵੇਖੋ ਗੁਰਮੁਖੋ, ਪਰ ਉਪਕਾਰ ਦੀ ਬਿਰਤੀ, ਪ੍ਰਸ਼ਾਦਾ ਛਕ ਤਾਂ ਨਹੀਂ ਰਹੀ ਪਰ ਛਕਣ ਦਾ ਇੱਕ ਜਿਵੇਂ ਮੂੰਹ ਹਿਲਾ ਰਹੇ ਨੇ, ਜਿਵੇਂ ਪ੍ਰਸ਼ਾਦਾ ਸੱਚੀਓ ਛਕ ਰਹੇ ਹੋਣ।
ਤੇ ਇਹ ਬੱਚੀ ਵੀ ਇਸੇ ਤਰ੍ਹਾਂ ਕਰ ਰਹੀ ਹੈ। ਬਾਬਾ ਸਾਹਿਬ ਸਿੰਘ ਜੀ ਬੇਦੀ ਨੇ ਵੇਖਿਆ ਕਿ ਦੀਨ ਮੁਹੰਮਦ ਨੇ ਦੋਵੇਂ ਪ੍ਰਸ਼ਾਦੇ ਛਕ ਲਏ ਨੇ। ਆਪਣੇ ਵਾਲਾ ਇੱਕ ਪ੍ਰਸ਼ਾਦਾ ਵੀ ਹਨੇਰੇ ਵਿੱਚ ਬਾਬਾ ਜੀ ਨੇ ਦੀਨ ਮੁਹੰਮਦ ਦੀ ਥਾਲੀ ਵਿੱਚ ਰੱਖ ਦਿੱਤਾ। ਉਸ ਬੱਚੀ ਨੇ ਵੀ ਆਪਣੇ ਵਾਲਾ ਪ੍ਰਸ਼ਾਦਾ ਦੀਨ ਮੁਹੰਮਦ ਦੀ ਥਾਲੀ ਵਿੱਚ ਰੱਖ ਦਿੱਤਾ। ਜਦੋਂ 4 ਪ੍ਰਸ਼ਾਦੇ ਛਕ ਕੇ ਇਹਨੇ ਡਕਾਰ ਮਾਰਿਆ ਤੇ ਗੁਰਮੁਖੋ ਬਾਬਾ ਜੀ ਨੇ ਫਿਰ ਦੀਵਾ ਜਗਾ ਦਿੱਤਾ। ਦੀਵਾ ਜਗਾਇਆ ਤੇ ਇਹ ਸਾਰੀ ਰਾਤ ਸੋਚਦਾ ਰਿਹਾ ਦੀਨ ਮੁਹੰਮਦ ਕਿ ਬਾਬਾ ਜੀ ਨੇ ਦੀਵਾ ਕਿਉਂ ਬੁਝਾਇਆ। ਸਾਰੀ ਰਾਤ ਇਹਦੇ ਦਿਮਾਗ ਵਿੱਚ ਇਹ ਗੱਲ ਘੁੰਮੀ ਗਈ। ਰਾਤ ਸੌਂ ਗਿਆ। ਕਹਿੰਦੇ ਨੇ ਇਤਿਹਾਸ ਵਿੱਚ ਲਿਖਿਆ ਵੀ ਦੀਨ ਮੁਹੰਮਦ ਨੇ ਆਪ ਖੁਦ ਦੱਸਿਆ, ਜਦੋਂ ਰਾਤ ਗੂੜੀ ਨੀਂਦ ਵਿੱਚ ਸੌਂ ਗਿਆ ਨਾ, ਇਹਨੂੰ ਰਾਤ ਸੁਪਨਾ ਆਇਆ। ਬੱਚੀ ਨੇ 2 ਪ੍ਰਸ਼ਾਦੇ ਦੀਨ ਮੁਹੰਮਦ ਦੀ ਥਾਲੀ ਵਿੱਚ ਰੱਖੇ। ਇੱਕ ਪ੍ਰਸ਼ਾਦਾ ਬਾਬਾ ਜੀ ਨੂੰ ਦਿੱਤਾ ਤੇ ਇੱਕ ਆਪਣੇ ਛਕਣ ਲਈ ਰੱਖ ਲਿਆ। ਪਰ ਰਾਤ ਇਹ ਸੁਪਨਾ ਆ ਰਿਹਾ ਹੈ ਕਿ ਜਦੋਂ ਪ੍ਰਸ਼ਾਦਾ ਛਕ ਰਹੇ ਨੇ, ਬਾਬਾ ਜੀ ਨੇ ਦੀਵਾ ਬੁਝਾ ਦਿੱਤਾ। ਹਨੇਰੇ ਵਿੱਚ ਬਾਬਾ ਜੀ ਨੇ ਆਪਣਾ ਪ੍ਰਸ਼ਾਦਾ ਵੀ ਚੁੱਕਿਆ ਤੇ ਉਹ ਬੱਚੀ ਵਾਲਾ ਪ੍ਰਸ਼ਾਦਾ ਵੀ ਦੀਨ ਮੁਹੰਮਦ ਦੀ ਥਾਲੀ ਵਿੱਚ ਰੱਖ ਦਿੱਤਾ। ਗੁਰਮੁਖੋ ਇਹਦੀਆਂ ਅੱਖਾਂ ਖੁੱਲੀਆਂ ਤੇ ਹੈਰਾਨ ਰਹਿ ਗਿਆ। ਜਦੋਂ ਦਿਨ ਚੜ੍ਹਿਆ, ਇਹਨੇ ਬਾਬਾ ਸਾਹਿਬ ਸਿੰਘ ਜੀ ਬੇਦੀ ਨੂੰ ਕਹਿਣ ਲੱਗਾ, ਬਾਬਾ ਜੀ ਤੁਹਾਨੂੰ ਮੈਂ ਗ੍ਰਿਫਤਾਰ ਕਰਨ ਵਾਸਤੇ ਆਇਆ ਸਾਂ, ਪਰ ਹੁਣ ਮੈਂ ਗ੍ਰਿਫਤਾਰ ਨਹੀਂ ਕਰਾਂਗਾ। ਮੈਂ ਤੁਹਾਡੇ ਤੋਂ ਇੰਨਾ ਪ੍ਰਭਾਵਿਤ ਹੋਇਆ ਤੁਹਾਡੀ ਪਰ ਉਪਕਾਰ ਦੀ ਬਿਰਤੀ ਤੋਂ ਕਿ ਜਿਹੜਾ ਤੁਸੀਂ ਪ੍ਰਸ਼ਾਦਾ ਆਪ ਛਕਣਾ ਸੀ ਉਹ ਵੀ ਮੈਨੂੰ ਛਕਾ ਦਿੱਤਾ। ਤੁਹਾਡੀ ਇੰਨੀ ਪਰ ਉਪਕਾਰ ਦੀ ਬਿਰਤੀ ਬ੍ਰਹਮ ਗਿਆਨੀ ਪਰ ਉਪਕਾਰ ਉਮਾਹ, ਹਮੇਸ਼ਾ ਉਹਦੇ ਮਨ ਵਿੱਚ ਪਰ ਉਪਕਾਰ ਦੀ ਬਿਰਤੀ ਰਹਿੰਦੀ ਹੈ। ਇਸ ਲਈ ਗੁਰਮੁਖੋ ਜਦੋਂ ਕੋਈ ਸਾਧੂ ਦੀ ਸੰਗਤ ਕਰ ਲੈਂਦਾ ਨਾ, ਸਤਿਗੁਰੂ ਕਹਿੰਦੇ ਨੇ ਸਾਧ ਸੰਗ ਕਿਸ ਸਿਉ ਨਹੀਂ ਬੈਰ, ਸਾਧ ਕੈ ਸੰਗ ਨਾ ਬੀਗਾ ਪੈਰ। ਕੋਈ ਸਾਧੂ ਦੀ ਸੰਗਤ ਕਰੇ ਤਾਂ ਸਹੀ, ਉਹਦੇ ਮਨ ਵਿੱਚੋਂ ਵੈਰ ਨਿਕਲ ਜਾਂਦਾ ਹੈ। ਉਹਦਾ ਮਨ ਕਦੇ ਬੁਰੇ ਪਾਸੇ ਜਾਂਦਾ ਨਹੀਂ, ਉਹਦੇ ਪੈਰ ਵੀ ਬੁਰੇ ਪਾਸੇ ਮਾੜੀ ਸੰਗਤ ਵਿੱਚ ਬੁਰਾ ਕਰਨ ਵਿੱਚ ਨਹੀਂ ਜਾਂਦੇ। ਸਾਧੂ ਪਰ ਉਪਕਾਰੀ ਸੁਭਾਅ ਵਾਲਾ ਹੁੰਦਾ ਹੈ। ਦੀਨ ਮੁਹੰਮਦ ਗ੍ਰਿਫਤਾਰ ਕਰਨ ਵਾਸਤੇ ਆਇਆ, ਕਤਲ ਕਰਨ ਵਾਸਤੇ ਆਇਆ, ਪਰ ਬਾਬਾ ਜੀ ਦੀ ਪਰ ਉਪਕਾਰ ਦੀ ਬਿਰਤੀ ਵੇਖੀ ਤੇ ਝੁਕ ਗਿਆ। ਜਾਣ ਲੱਗਿਆ ਚਰਨਾਂ ਤੇ ਢਹਿ ਪਿਆ ਤੇ ਅੱਖਾਂ ਵਿੱਚ ਅਥਰੂ ਸਨ ਪਛਤਾਵੇ ਦੇ। ਬਾਬਾ ਜੀ ਤੁਹਾਡੀ ਇਸ ਬਿਰਤੀ ਤੋਂ ਮੈਂ ਬਲਿਹਾਰ ਜਾਣਾ, ਤੁਹਾਡੇ ਤੋਂ ਵਾਰ ਨਾ ਜਾਣਾ। ਤੁਸੀਂ ਮੇਰੇ ਮਨ ਨੂੰ ਜਿੱਤ ਲਿਆ ਹੈ, ਮੈਂ ਚੱਲਿਆ, ਰੱਬ ਭਲਾ ਕਰੇ। ਗੁਰਮੁਖੋ ਇਸ ਤਰ੍ਹਾਂ ਬਾਬਾ ਸਾਹਿਬ ਸਿੰਘ ਜੀ ਬੇਦੀ ਨੇ ਦੀਨ ਮੁਹੰਮਦ ਦਾ ਮਨ ਵੀ ਬਦਲ ਦਿੱਤਾ। ਜਿਹੜਾ ਸਾਧੂ ਹੈ ਉਹ ਪਰ ਉਪਕਾਰ ਕਰਦਾ ਹੈ, ਕਦੇ ਆਪਣੀ ਬਿਰਤੀ ਦਾ ਤਿਆਗ ਨਹੀਂ ਕਰਦਾ। ਸਾਧੂ ਦੀ ਸੰਗਤ ਕਰੀਏ ਤੇ ਸਾਡਾ ਮਨ ਵੀ ਬਦਲ ਜਾਏ।